ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਰਠ ਮਹੱਲਾ ਪੰਜਵਾ। ਦਹ ਦਿਸ ਛਤਰ ਮੇਘ ਘਟਾ ਘਟ, ਦਾਮਨ ਚਮਕ ਡਰਾਇਓ। ਸੇਜ ਅਕੇਲੀ ਨੀਂਦ ਨਾ ਹੋ ਨੈਨਾ, ਪਿਰ ਪਰਦੇਸ ਸਿਧਾਇਓ। ਹੁਣ ਨਹੀਂ ਸੰਦਿਸ ਰੁਮਾਇਓ, ਏਕ ਕੋਸਰੋ ਸਿਧ ਕਰਤ ਲਾ, ਤਬ ਚਤੁਰ ਪਾਤਰੋ ਆਇਓ। ਰਹਾਉ ਕਿਉਂ ਬਿਸਰੈ ਏ ਲਾਲ ਪਿਆਰੋ, ਸਰਬ ਗੁਣਾ ਸੁਖਦਾਇਓ। ਮੰਦਰ ਚਰ ਕੈ ਪੰਥ ਨਿਹਾਰਾ, ਨੈਣ ਨੀਰ ਭਰ ਆਇਓ। ਹਾਂ ਹਾਂ ਪੀਤ ਭਇਓ ਹੈ ਬੀਚੋ, ਸੁਨਤ ਦੇਸ ਨਿਕਟਾਇਓ। ਪਾਂਭੀਰੀ ਕੇ ਪਾਤ ਪਰਦੋ, ਬਿਨ ਭੇਖੇ ਦੂਰਾਇਓ। ਭਇਓ ਕਿਰਪਾਲ ਸਰਬ ਕੋ ਠਾਕੁਰ, ਸਗਰੋ ਦੁਖ ਮਿਟਾਇਓ। ਕਹੋ ਨਾਨਕ ਹਉਮੈ ਭੀਤ ਗੁਰ ਖੋਈ, ਤਉ ਦਿਆਰ ਬੀਠਲੋ ਪਾਇਓ। ਸਭ ਰਹਿਓ ਦਿਸ ਰੁਮਾਇਓ, ਜੋ ਚਾਹਤ ਸੋ ਗੁਰੂ ਮਿਲਾਇਓ। ਸਰਬ ਗੁਨਾ ਨਿਦਰਾਇਓ, ਸਭ ਰਹਿਓ ਦਿਸ ਰੁਮਾਇਓ। ਜੋ ਚਾਹਤ ਸੋ ਗੁਰੂ ਮਿਲਾਇਓ, ਸਰਬ ਗੁਨਾ ਨਿਦਰਾਇਓ। ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਰਹੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਬੜੀ ਮਿਹਰ ਕਿਰਪਾ ਰਹਿਮਤ ਹੋਈ ਹੈ, ਜੋ ਕਿ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਵਿੱਚ ਬੈਠਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਅਤੇ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 624 'ਤੇ ਸੁਸ਼ੋਭਿਤ ਹੈ। ਰਾਗ ਸੋਰਠ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਇਤਿਹਾਸਕ ਜੋ ਤੱਥ ਨੇ ਉਹ ਇਹ ਦੱਸਦੇ ਨੇ ਕਿ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਵਿੱਚ ਸਨ ਅਤੇ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਭੇਜਿਆ ਸੀਗਾ ਵੀ ਤੁਸੀਂ ਆਪਣੇ ਤਾਏ ਦੇ ਲੜਕੇ ਦੀ ਜੋ ਸ਼ਾਦੀ ਹੈ ਉਹ ਨਿਭਾਓ, ਅਤੇ ਜਦੋਂ ਸੁਨੇਹਾ ਭੇਜਾਂਗੇ ਫੇਰ ਆਉਣਾ, ਨੇ ਤਾਂ ਨਹੀਂ ਆਉਣਾ। ਸੋ ਇੱਕ ਤਾਂ ਚਿੱਠੀਆਂ ਮੰਨਦੇ ਵੀ ਚਿੱਠੀਆਂ ਜਿਹੜੀਆਂ ਅਸੀਂ ਲਿਖੀਆਂ, ਮੇਰਾ ਮਨ ਲੋਚਾ ਗੁਰਦਰਸ਼ਨ ਤਾਈਂ, ਪਰ ਇਹ ਵੀ ਬਿਰਹਾ ਦਾ ਹੀ ਸ਼ਬਦ ਹੈ, ਬਹੁਤ ਜ਼ਿਆਦਾ ਬਿਰਹਾ ਇਸ ਸ਼ਬਦ ਦੇ ਵਿੱਚ। ਕਹਿੰਦੇ ਹੁਣ ਬੱਦਲ ਕੜਕਦੇ ਆ, ਨਹੀਂ ਤਾਂ ਬੱਦਲ ਕੜਕਣ ਮੀਂਹ ਪਵੇ ਤਾਂ ਬੜਾ ਸੁਖੀ ਜੀਵਨ ਹੁੰਦਾ। ਮੀਂਹ ਪਿਆ ਪਰਮੇਸ਼ਰ ਪਾਇਆ, ਪਰ ਜਿਹੜੇ ਵਿਜੋਗੀ ਹੁੰਦੇ ਨੇ, ਜਿਨ੍ਹਾਂ ਦਾ ਬਿਰਹਾ ਹੁੰਦਾ, ਉਹਨਾਂ ਨੂੰ ਇਹ ਬੱਦਲ ਨਹੀਂ ਚੰਗੇ ਲੱਗਦੇ, ਬਿਜਲੀ ਕੜਕਦੀ ਨਹੀਂ ਚੰਗੀ ਲੱਗਦੀ। ਅਤੇ ਅੱਗੇ ਤਾਂ ਇਹ ਸੀਗਾ ਇੰਨੀ ਦੂਰ ਕਦੀ ਗਏ ਨਹੀਂ ਸੀਗੇ, ਇੰਨੀ ਦੂਰ ਕਦੀ ਗਏ ਨਹੀਂ ਸੀਗੇ, ਅਤੇ ਹੁਣ ਜੇ ਦੂਰ ਆ ਗਏ ਤਾਂ ਕਿੰਨਾ ਟਾਈਮ ਹੋ ਗਿਆ, ਕੋਈ ਚਿੱਠੀ ਨਹੀਂ, ਕੋਈ ਪੱਤਰ ਨਹੀਂ। ਇਹ ਬਿਰਹਾ,
ਇਸੇ ਤਰ੍ਹਾਂ ਹੀ ਇੱਕ ਪਤੀਵਰਤਾ ਜਿਹੜੀ ਔਰਤ ਹੈ, ਸੋ ਉਹਦਾ ਪਤੀ ਵਿਦੇਸ਼ ਵਿੱਚ ਹੈ, ਬੱਦਲ ਆਉਂਦੇ ਆ, ਘਟਾਂ ਆਉਂਦੀਆਂ, ਬਿਜਲੀ ਕੜਕਦੀ, ਉਹ ਇਕੱਲੀ ਡਰਦੀ ਹੈ, ਤਬਕਦੀ ਹੈ। ਫਿਰ ਪਤੀ ਦਾ ਕੋਈ ਪਤਾ ਨਹੀਂ ਹੈ। ਸੋ ਕਹਿ ਰਹੀ ਵੀ ਅੱਗੇ ਤਾਂ ਥੋੜ੍ਹਾ ਜਿਹਾ ਸਫ਼ਰ ਕਰਦੇ ਸੀ, ਚਿੱਠੀ ਪੱਤਰ ਆ ਜਾਂਦਾ ਸੀ, 2-2 4-4 ਚਿੱਠੀਆਂ, ਪਹਿਲਾਂ ਚਿੱਠੀਆਂ ਦਾ ਜ਼ਮਾਨਾ ਸੀ, ਵੀ ਹੁਣ ਕੋਈ ਸੁਨੇਹਾ ਹੀ ਨਹੀਂ ਹੈ, ਹੋਰ ਬਿਰਹਾ ਵੱਧ ਜਾਂਦਾ। ਆਪਣੇ ਪਿਆਰੇ ਦਾ ਕੋਈ ਸੁਨੇਹਾ ਨਾ ਮਿਲੇ ਤਾਂ ਵਿਛੋੜਾ ਜ਼ਿਆਦਾ ਦੁਖੀ ਕਰਦਾ, ਵਿਛੋੜਾ ਬਹੁਤ ਦੁੱਖ ਦਿੰਦਾ ਹੈ। ਸੋ ਇਹ ਭਗਤਾਂ ਦਾ ਜਿਹੜਾ ਵਿਛੋੜਾ ਹੈ, ਜਿਹੜੇ ਭਗਤ ਜਨ ਨੇ, ਸੋ ਜਦੋਂ ਅਧਿਆਤਮਿਕ ਅਰਥ ਇਹਦੇ ਵਿੱਚ ਆਪਾਂ ਲਵਾਂਗੇ, ਸੋ ਉਹ ਭਗਤਾਂ ਦਾ ਜਿਹੜਾ ਵਿਛੋੜਾ ਹੈ ਉਹ ਕਿਸ ਤਰੀਕੇ ਦੇ ਨਾਲ ਮਹਾਰਾਜ ਕਰਦੇ, ਜਿਹੜੇ ਬਾਣੀ ਪੜ੍ਹਦੇ ਆ, ਸਿਮਰਨ ਕਰਦੇ ਆ, ਮਿਲਾਪ ਦੀ ਇੱਛਾ ਰੱਖਦੇ ਆ ਕਿ ਮੇਰਾ ਮੇਲ ਹੋ ਜਾਵੇ, ਸੋ ਉਹ ਕੀ ਕਿਰਪਾ ਕਰ ਰਹੇ ਨੇ, ਆਓ ਆਪਾਂ ਸਰਵਣ ਕਰਦੇ ਹਾਂ। ਇਹਦੇ ਦਹਿ ਦਿਸ ਛਤਰ ਮੇਘ ਘਟਾ ਘਟ, ਦਾਮਨ ਚਮਕ ਡਰਾਇਓ। ਸੋ ਜਿਹੜੇ ਬੱਦਲ ਨੇ ਇਹ ਆਕਾਸ਼ ਵਿੱਚ ਇਕੱਠੇ ਹੁੰਦੇ ਆ। ਆਕਾਸ਼ ਵਿੱਚ ਜਦੋਂ ਬੱਦਲ ਇਕੱਠੇ ਹੁੰਦੇ ਆ, ਉਸ ਵੇਲੇ ਬਿਜਲੀ ਵੀ ਚਮਕਦੀ ਆ। ਸੋ ਇਸੇ ਤਰ੍ਹਾਂ ਦਿਮਾਗ ਦੇ ਵਿੱਚ ਸੋ ਜਿਹੜਾ ਗਿਆਨ ਹੈ ਨਾ, ਉਹ ਇਕੱਤਰ ਹੁੰਦਾ ਜਦੋਂ ਦਿਮਾਗ ਦੇ ਵਿੱਚ ਗਿਆਨ। ਫਿਰ ਜਦੋਂ ਪ੍ਰਚੰਡ ਹੁੰਦਾ ਉਹ ਬਲਦਾ, ਬਿਜਲੀ ਚਮਕਦੀ, ਲਿਸ਼ਕਾਰੇ ਪੈਂਦੇ ਆ। ਅਭਿਆਸ ਕਰਨੇ ਵਾਲੇ ਜਿਹੜੇ ਨੇ ਉਹ ਅਭਿਆਸ ਕਰੀ ਜਾਂਦੇ ਆ, ਬਾਣੀ ਪੜ੍ਹੀ ਜਾਂਦੇ ਆ, ਗੁਰਬਾਣੀ ਦਾ ਗਿਆਨ ਪ੍ਰਾਪਤ ਕਰੀ ਜਾਣਾ, ਹੋਰ ਅਭਿਆਸ ਕਰੀ ਜਾਣਾ। ਅਤੇ ਉਹ ਫਿਰ ਜਿੱਦਾਂ ਬਿਜਲੀ ਦਾ ਚਮਕਾਰਾ ਪੈਂਦਾ ਨਾ, ਇੱਦਾਂ ਪੈਂਦਾ ਹੈ। ਕਈ ਤਾਂ ਇਸ ਗੱਲ ਨੂੰ ਸਮਝਦੇ ਵੀ ਇਹ ਗਿਆਨ ਬਲਦਾ, ਇਹ ਮੇਰਾ ਜਿਹੜਾ ਗਿਆਨ ਇਕੱਠਾ ਸੀ ਉਹ ਬਲਣ ਲੱਗ ਪਿਆ, ਗਿਆਨ ਘੱਟ ਬਲਿਆ, ਮਹਾਰਾਜ ਵੀ ਕਹਿੰਦੇ ਨੇ। ਜਿੱਦਾਂ ਤੇਲ ਨਹੀਂ ਬਲ ਜਾਂਦਾ, ਹੁਣ ਤੇਲ ਉਹਦੇ ਤਾਂ ਬੱਤੀ ਲਾਓ ਤਾਂ ਫਿਰ ਤੇਲ ਲੈਟ ਦਿੰਦਾ ਦੀਵਾ, ਤੇਲ ਨੂੰ ਜ਼ਿਆਦਾ ਗਰਮ ਕਰ ਦਿਓ ਤਾਂ ਇਕੱਲੇ ਬਲ ਪੈਂਦਾ, ਬਿਨਾਂ ਬੱਤੀ ਦੇ ਬਲ ਪੈਂਦਾ। ਉਹਦੀ ਚਮਕ ਜ਼ਿਆਦਾ ਹੁੰਦੀ ਹੈ ਜਿਹੜਾ ਤੇਲ ਬਲਦਾ ਇਕੱਲਾ। ਜਦੋਂ ਗਿਆਨ ਇਕੱਲਾ ਹੀ ਬਲ ਪੈਂਦਾ ਨਾ, ਉਹਦੀ ਚਮਕ ਬੜੀ ਹੁੰਦੀ ਹੈ। ਬਿਜਲੀ ਦੀ ਚਮਕ ਵੀ ਇੰਨੀ ਨਹੀਂ ਹੁੰਦੀ ਹੈ। ਉਸ ਚਮਕ ਨੂੰ ਕੋਈ ਸਹਿ ਨਹੀਂ ਸਕਦਾ, ਸੱਜੇ ਕਿਤੇ ਸਹਾਰ ਨਹੀਂ ਸਕਦਾ। ਸੋ ਕਈ ਚਾਅ ਦੇ ਨਾਲ, ਉਤਸ਼ਾਹ ਦੇ ਨਾਲ ਅਭਿਆਸ ਕਰ ਰਹੇ ਨੇ, ਬਾਣੀ ਪੜ੍ਹ ਰਹੇ ਨੇ, ਵਿਚਾਰਦੇ ਨੇ, ਵਾਹਿਗੁਰੂ ਗੁਰੂ ਮੰਤਰ ਦਾ ਸਿਮਰਨ ਬਹੁਤ ਬਹੁਤ ਕਰ ਜਾਂਦੇ ਨੇ, ਅਤੇ ਉਹ ਗਿਆਨ ਜਿਹੜਾ ਉਹ ਬਲ ਪੈਂਦਾ। ਜਦੋਂ ਗਿਆਨ ਬਲਿਆ, ਚਮਕਾਰੇ ਪਏ, ਘਬਰਾ ਗਏ, ਪਤਾ ਨਹੀਂ ਕੀ ਹੋਣ ਲੱਗਾ, ਡਰਦੇ ਨੇ, ਬਹੁਤੇ ਡਰ ਜਾਂਦੇ ਨੇ। ਸੋ ਕਈ ਐਸੇ ਹੁੰਦੇ ਨੇ ਉਹ ਡਰ 'ਚੋਂ ਨਿਕਲ ਜਾਂਦੇ ਨੇ, ਕਹਿੰਦੇ ਨਹੀਂ ਜੋ ਉਹਨੇ ਕਰਨਾ ਠੀਕ ਹੀ ਕਰਨਾ। ਇਹ ਵੀ ਇੱਕ ਮੋੜ ਆ ਜਾਂਦਾ। ਜਿਹੜਾ ਡਰ ਗਿਆ ਉਹਨੂੰ ਫਿਰ ਕਈ ਸਮਾਂ ਲੱਗਦਾ ਮੁੜ ਕੇ ਇਹ ਅਵਸਥਾ ਅਪਣਾਉਣ ਲਈ। ਜਿਹੜੇ ਨਹੀਂ ਡਰਦੇ ਉਹਨਾਂ ਦੀ ਅਵਸਥਾ ਛਿਨ ਮਾਤਰ ਦੇ ਵਿੱਚ ਤਿਆਰ ਹੁੰਦੀ, ਬਣੀ ਹੋਈ ਹੁੰਦੀ ਉਹਨਾਂ ਦੀ ਅਵਸਥਾ। ਅਕਾਲ ਪੁਰਖ ਪਰਮਾਤਮਾ ਦਾ ਜੋ ਮਿਲਾਪ ਹੈ ਇਸ ਚਮਕ ਤੋਂ ਬਾਅਦ ਹੈ। ਜਦੋਂ ਗਿਆਨ ਬਲਦਾ ਨਾ, ਬਿਜਲੀ ਚਮਕਦੀ, ਮੀਂਹ ਤਾਂ ਫੇਰ ਹੀ ਪੈਂਦਾ, ਬੱਦਲ ਇਕੱਠੇ ਹੋ ਗਏ, ਬਿਜਲੀ ਗੜਕੀ, ਇਕੱਲੀ ਚਮਕਦੀ ਨਹੀਂ, ਗੜਕਦੀ ਹੈ, ਆਵਾਜ਼ਾਂ ਵੀ ਆਉਣੀਆਂ, ਆਵਾਜ਼ਾਂ ਆਉਣੀਆਂ ਅੰਦਰ, ਗੜਕਦੀ ਹੈ, ਚਮਕਦੀ ਹੈ। ਅਤੇ ਫਿਰ ਉਸ ਤੋਂ ਬਾਅਦ ਮੀਂਹ ਪੈਂਦਾ। ਉਹ ਜਿਹੜਾ ਮੀਂਹ ਪੈਂਦਾ ਨਾ, ਸੋ ਉਹਨੂੰ ਕਿਹਾ ਮੀਂਹ ਪਿਆ ਪਰਮੇਸ਼ਰ ਪਾਇਆ। ਜੇ ਉਹ ਜਿਹੜੀ ਬਿਜਲੀ ਚਮਕਦੀ ਸੀ, ਗਿਆਨ ਬਲਿਆ, ਉਹ ਤੋਂ ਘਬਰਾ ਗਿਆ, ਬੱਦਲ ਗੜਕੇ, ਉਹ ਤੋਂ ਡਰ ਗਿਆ, ਫਿਰ ਸੋ ਇਹਨੂੰ ਇਹ ਮੀਂਹ ਦਾ ਅਧਿਕਾਰੀ ਨਹੀਂ ਹੋਣਾ, ਫਿਰ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੈ। ਜੇ ਨਹੀਂ ਡਰਿਆ, ਮਹਾਰਾਜ ਦੀ ਕਿਰਪਾ ਹੋ ਗਈ, ਅਤੇ ਫਿਰ ਮੀਂਹ ਪੈਣ 'ਚ ਕਿੰਨੀ ਕੁ ਦੇਰੀ ਹੈ, ਕਿਤੇ ਫਿਰ ਕਿੰਨੀ ਕੁ ਦੇਰੀ ਹੈ। ਹੁਣ ਵਾਰ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਸੇਜ ਅਕੇਲੀ ਨੀਂਦ ਨਾ ਨੈਨ, ਫਿਰ ਪਰਦੇਸ ਸਿਧਾਇਓ। ਸੋ ਆਪਣੇ ਹਿਰਦੇ ਦੀ ਸੇਜਾ ਦੇ ਉੱਤੇ ਇਹ ਜੀਵ ਰੂਪ ਇਸਤਰੀ ਇਕੱਲੀ ਹੈ। ਨੀਂਦ ਨਹਿ ਨੈਨੋ, ਸੋ ਭਾਵ ਜਿਹੜੀ ਉਹ ਬਿਰਤੀ ਸੀ ਨਾ, ਬਿਰਤੀ ਨਹੀਂ ਲੱਗ ਰਹੀ। ਬਿਰਤੀ ਜ਼ਿਆਦਾ ਖੁੱਭ ਜਾਵੇ, ਜਦੋਂ ਬਿਰਤੀ ਖੁੱਭਣੀ ਹੈ, ਜਦੋਂ ਇਹ ਸੁਪਨਾ ਵੇਖਦਾ ਨਾ, ਅਤੇ ਸੁਪਨੇ ਦੇ ਵਿੱਚ ਰਚਿਆ ਮਿਚਿਆ ਹੁੰਦਾ,
ਸੁਪਨੇ ਵਿੱਚ ਚਾਹੇ ਕੋਈ ਭੈ ਆ, ਡਰ, ਜੋ ਮਰਜ਼ੀ ਹੈ, ਤੇ ਉਹ ਦੇਖਦਾ ਵੀ ਹੁਣ ਕੀ ਬਣਨਾ। ਸੁਪਨੇ ਦੇ ਵਿੱਚ ਇਹ ਸਭ ਕੁਝ ਦੇ ਦਿੰਦਾ। ਜੇ ਬਿਰਤੀ ਇਹਦੀ ਖੁੱਭੀ ਹੋਈ ਹੈ, ਗਿਆਨ ਬਲਦਾ ਪਿਆ, ਬਿਰਤੀ ਖੁੱਭੀ ਹੋਈ ਹੈ, ਤੇ ਫਿਰ ਤਾਂ ਡਰ 'ਚੋਂ ਨਿਕਲ ਜਾਣਾ। ਜੇ ਬਿਰਤੀ ਨਹੀਂ ਖੁੱਭੀ ਹੋਈ ਤੇ ਫਿਰ ਇਹਨੇ ਡਰ ਜਾਣਾ, ਫਿਰ ਘਬਰਾ ਜਾਣਾ। ਗਿਆਨ ਤਾਂ ਬੜਿਆ, ਚਾਨਣ ਹੋ ਗਿਆ, ਪ੍ਰਕਾਸ਼ ਹੋ ਗਿਆ। ਫਿਰ ਪਰਦੇਸ ਸਿਧਾਇਓ, ਜੇ ਤਾਂ ਨੇ ਅਨੁਭਵ ਦੇ ਨਾਲ ਆਪਣੀ ਯਾਦ ਸ਼ਕਤੀ ਦੇ ਵਿੱਚ, ਆਪਣੀ ਸਿਮਰਤੀ ਦੇ ਵਿੱਚ ਰੱਬ ਨੂੰ, ਸ਼ਬਦ ਨੂੰ ਨਾਲ ਰੱਖਿਆ ਹੋਇਆ, ਨਹੀਂ ਡਰੇਗਾ। ਜੇ ਸ਼ਬਦ ਨਾਲ ਹੈ ਫਿਰ ਨਹੀਂ ਡਰ ਹੁੰਦਾ, ਫਿਰ ਨਹੀਂ ਭੈ ਹੁੰਦਾ। ਜੇ ਸ਼ਬਦ ਉਸ ਨਾਲ ਵਿਸਰ ਗਿਆ, ਇਹਨੂੰ ਡਰ ਆ ਜਾਣਾ। ਸ਼ਬਦ ਜਦੋਂ ਵਿਸਰਿਆ ਉਹ ਡਰ ਹੀ ਆਉਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਿਰਤੀ ਜੇ ਤਾਂ ਨਹੀਂ ਖੁੱਭੀ, ਸ਼ਬਦ ਛੁੱਟ ਗਿਆ, ਘਬਰਾਉਣਾ। ਜੇ ਬਿਰਤੀ ਖੁੱਭ ਗਈ, ਸ਼ਬਦ ਨਾਲ ਆ, ਫਿਰ ਘਬਰਾਹਟ ਕਿੱਥੇ? ਫਿਰ ਤਾਂ ਕਹਿੰਦੇ ਕੋਈ ਡਰ ਹੀ ਨਹੀਂ ਹੈਗਾ। ਕਹਿੰਦੇ ਹੁਣ ਨਹੀਂ ਸੰਦੇਸਰੋ ਮਾਇਓ, ਏਕ ਕੋਸਰੋ ਸਿਧ ਕਰਤ ਲਾਲ, ਤਬ ਚਤਰ ਪਾਤਰੂ ਆਇਓ। ਹੁਣ ਕੋਈ ਸੰਦੇਸ਼ ਨਹੀਂ ਹੈ। ਪਹਿਲਾਂ ਤਾਂ ਇੱਦਾਂ ਹੁੰਦਾ ਸੀਗਾ ਵੀ ਇੱਕ ਕੋ ਵੀ ਬਾਟ ਤੈਅ ਕਰਦੇ ਸੀ ਤਾਂ 4-4 ਚਿੱਠੀਆਂ ਆ ਜਾਂਦੀਆਂ ਸੀ। ਇੱਕ ਕੋ ਬਾਟ ਤੈਅ ਕਰਦੇ ਸੀ ਵੀ ਹੁਣ ਕੋਈ ਚਿੱਠੀ ਨਹੀਂ। ਇਹ ਪਰਖ ਅਕਾਲ ਪੁਰਖ ਪ੍ਰਮਾਤਮਾ ਦੀ। ਅਸਲ 'ਚ ਇਹ ਹੁੰਦਾ ਹੈ ਵੀ ਜਦੋਂ ਗਿਆਨ ਵੱਧਦਾ ਹੈ ਨਾ, ਉਨਾ ਹੀ ਵਿਛੋੜਾ ਤੰਗ ਕਰਦਾ। ਜਿੱਦਾਂ ਕਬੀਰ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਤਾਂ ਸਮਝ ਨਹੀਂ ਹੈ ਰੱਬ ਦੀ, ਉਹ ਤਾਂ ਬੜਾ ਮੌਜਾਂ ਕਰਦੇ ਫਿਰਦੇ ਆ, ਖਾਂਦੇ ਆ, ਪੀਂਦੇ ਆ, ਐਸ਼ ਕਰਦੇ ਆ। ਜਿਨ੍ਹਾਂ ਨੂੰ ਸਮਝ ਪੈ ਗਈ ਉਹਨਾਂ ਵਾਸਤੇ ਦਿਨ ਰਾਤ ਕੱਟਣੇ ਔਖੇ ਜਿਹੇ, ਪੂਰੀ ਪਰੀ ਬੁਲਾਏ। ਕਹਿੰਦੇ ਮੇਰੇ ਤਾਂ ਬੜਾ ਗੱਲ ਪੈ ਗਈ। ਕਹਿੰਦੇ ਜਿਨਹੂ ਕੁਛ ਜਾਣਿਆ ਨਹੀਂ, ਤਿਨ ਸੁਖ ਰਹਿਣ ਬਹਾਏ। ਜਿਨ੍ਹਾਂ ਨੂੰ ਸਮਝ ਹੀ ਨਹੀਂ ਲੱਗੀ, ਉਹ ਤਾਂ ਆਨੰਦ ਦੇ ਨਾਲ ਉਹਨੂੰ ਵੀ ਮੇਰਾ ਸੰਸਾਰ ਹੈ, ਪਰਿਵਾਰ ਹੈ, ਖਾਣਾ ਪੀਣਾ, ਹੱਸਣਾ ਸੌਣਾ। ਜਿਨ੍ਹਾਂ ਨੂੰ ਸਮਝ ਪੈ ਗਈ ਰੱਬ ਦੀ, ਵੀ ਰੱਬ ਵੀ ਪਰਮਾਤਮਾ ਹੈ, ਉਹਨੂੰ ਮਿਲਣਾ ਆ, ਆਹ ਚੰਗਾ ਕੰਮ ਆ, ਮਾੜਾ ਕਰਮ ਆ, ਸਮਝ ਪੈ ਗਈ ਨਾ ਹੁਣ। ਤੇ ਫਿਰ ਕਹਿੰਦੇ ਪੂਰੀ ਪਰੀ ਬੁਲਾ ਗਲ ਪਾ ਲਈ ਵੀ ਕੀ ਕਰਾਂ, ਕੀ ਨਾ ਕਰਾਂ, ਕੀ ਬੋਲਾਂ, ਕੀ ਨਾ ਬੋਲਾਂ, ਕਿਵੇਂ ਮੇਲ ਹੋਵੇਗਾ। ਸੋ ਉਹ ਹੁਣ ਜਦੋਂ ਤਾਂ ਪਤਾ ਸੀਗਾ, ਜਦੋਂ ਪਤਾ ਨਹੀਂ ਸੀਗਾ ਉਦੋਂ ਕੀ ਸੀ ਵੀ ਬਾਣੀ ਪੜ੍ਹਦਾ ਸੀਗਾ, ਥੋੜ੍ਹੀ ਵੀ ਬਾਣੀ ਪੜ੍ਹਦੇ ਆਨੰਦ ਆ ਜਾਂਦਾ ਸੀਗਾ। ਉਹ ਆਨੰਦ ਜਿਹੜਾ ਧਰਵਾਸ ਸੀਗਾ ਵੀ ਹਾਂ ਕਿ ਰੱਬ ਦੇ ਨਾਲ ਮਿਲਾਪ ਹੋਣਾ। ਹੁਣ ਜਦੋਂ ਉਹ ਬਾਣੀ ਪੜ੍ਹਦਿਆਂ ਹੋਰ ਗਿਆਨ ਵਧਿਆ ਹੈ ਨਾ, ਤਾਂ ਪਤਾ ਲੱਗਾ ਵੀ ਉਹਦੇ ਨਾਲ ਮਿਲਾਪ ਤਾਂ ਉਦੋਂ ਹੋਣਾ ਜਦੋਂ ਨਿਮਖ ਦਾ ਜਾਪ ਹੋ ਗਿਆ। ਜਦੋਂ ਪਹਿਲੋਂ ਤਾਂ ਥੋੜ੍ਹਾ ਬਹੁਤਾ ਆਨੰਦ ਬਣਿਆ, ਕਹਿੰਦੇ ਲੈ ਚਿੱਠੀਆਂ ਆ ਗਈਆਂ, ਮਤਲਬ ਵੀ ਹੁਣ ਪਤਾ ਲੱਗ ਗਿਆ ਵੀ ਹੋ ਜਾਣੀ, ਬਣ ਜਾਣੀ ਗੱਲ। ਇੱਦਾਂ ਹੀ ਹੁੰਦੀ ਹੈ ਜਦੋਂ ਪਰਮਾਰਥ ਵਾਲੇ ਪਾਸੇ ਤੁਰਨ ਲੱਗਦਾ ਨਾ, ਅਤੇ ਉਸ ਵਕਤ ਇਹਨੂੰ ਇਹ ਹੁੰਦਾ ਵੀ ਅੱਜ ਮਿਲ ਗਿਆ ਤਾਂ ਕੱਲ੍ਹ ਮਿਲ ਗਿਆ। ਰੱਬ ਨੂੰ ਮਿਲਣਾ ਵੀ ਅੱਜ ਕੱਲ੍ਹ 'ਚ ਹੀ ਮਿਲਾਪ ਹੋ ਜਾਣਾ। ਉਹ ਆਨੰਦ ਬਣਦਾ, ਸਾਖੀਆਂ ਨਾਲ ਆਨੰਦ ਬਣਦਾ, ਫਿਰ ਬਾਣੀ ਦੇ ਵਿੱਚ ਆਨੰਦ ਬਣਦਾ। ਉਹ ਚਿੱਠੀਆਂ ਹੀ ਆ, ਰੱਬ ਦੀਆਂ ਚਿੱਠੀਆਂ ਆ ਰਹੀਆਂ। ਅਤੇ ਜਦੋਂ ਹੋਰ ਗਿਆਨ ਪ੍ਰਚੰਡ ਹੋਇਆ, ਪਤਾ ਲੱਗੇ ਇਹ ਤਾਂ 8 ਪੈਰ ਦਾ ਹੁੰਦਾ। ਉਹ 8 ਪੈਰ ਵਾਲਾ ਜਿਹੜਾ ਸਿਮਰਨ, ਜਦੋਂ 8 ਪੈਰ ਦਾ ਸਿਮਰਨ ਹੋਣਾ ਅਤੇ ਫਿਰ ਕਿਤੇ ਜਾ ਕੇ ਗੱਲ ਬਣਨੀ ਆ। ਫਿਰ ਉੱਥੇ ਜਾ ਕੇ ਅਵਸਥਾ ਵਿੱਚ ਇਹ ਗੱਲ ਕਹੀ ਹੈ। ਕਹਿੰਦੇ ਹੁਣ ਨਹੀਂ ਸੰਦੇਸਰੋ ਮਾਇਓ, ਵੀ ਹੁਣ ਕੋਈ ਚਿੱਠੀ ਪੱਤਰ ਨਹੀਂ। ਕਿਉਂ? ਹੁਣ ਤਾਂ ਪਹਿਲੋਂ ਥੋੜ੍ਹਾ ਬਾਣੀ ਪੜ੍ਹਦਾ ਸੀ, ਨਾਮ ਜਪਿਆ, ਆਨੰਦ ਆ ਗਿਆ। ਹੁਣ 8 ਪੈਰ ਦਾ ਬਣਨਾ। ਹੁਣ ਨਹੀਂ ਸੰਦੇਸਰ, ਹੁਣ ਆਨੰਦ ਕਿਉਂ ਨਹੀਂ ਆਉਂਦਾ? ਕਿਉਂਕਿ 8 ਪੈਰ ਸੁਰਤੀ ਦਾ ਟਿਕਣਾ ਬੜਾ ਮੁਸ਼ਕਿਲ ਆ। ਆਪ ਹੀ ਕਿਰਪਾ ਕਰਦਾ ਫਿਰ ਸੁਰਤੀ ਟਿਕਦੀ 8 ਪੈਰ ਦਾ, ਰਾਤ ਵੀ ਤੇ ਦਿਨ ਵੀ। ਕਹਿੰਦੇ ਸੋ ਹੁਣ ਕਿਉਂ ਨਹੀਂ? ਹੁਣ ਉਹ ਚੀਜ਼ ਕਹਿੰਦਾ ਬਣਨੀ ਚਾਹੀਦੀ ਹੈ। ਅੱਗੇ ਕਹਿੰਦੇ ਨੇ ਏਕ ਕੇਸ ਕੋਸਰੋ ਸਿਧ ਕਰਤ ਲਾਲ, ਤਬ ਚਤਰ ਪਾਤਰ ਪਾਇਓ ਰਹਾਉ। ਕਿਉਂ ਬਿਸਰੈ ਲਾਲ ਪਿਆਰੋ, ਸਰਬ ਗੁਣਾ ਸੁਖਦਾਇਓ। ਆਪਣੇ ਮਨ ਨੂੰ ਕਹਿੰਦਾ ਵੀ ਜਿਸ ਪਰਮਾਤਮਾ ਤੋਂ ਸਾਰੇ ਸੁੱਖ ਮਿਲਦੇ ਆ, ਉਹ ਲਾਲ, ਉਹ ਪਿਆਰਾ, ਤੂੰ ਉਹਨੂੰ ਕਿਉਂ ਭੁਲਾਉਣਾ? ਇੱਦਾਂ ਕਹਿਣਾ ਹੀ ਪੈਂਦਾ ਨਾ। ਵੀ ਹੁਣ 8 ਪੈਰ ਦਾ ਸਿਮਰਨ ਹੋਊ ਤਾਂ ਗੱਲ ਬਣਨੀ ਆ।
ਜਦੋਂ ਭੁੱਲਦਾ ਨਾਲ ਹੀ ਕਹਿੰਦਾ ਵੀ ਉਹ ਜਿਹੜਾ ਸਾਰਾ ਕੁਝ ਦਿੰਦਾ, ਸੋ ਜਿਹਨੇ ਤਨ ਦਿੱਤਾ, ਸਵਾਸ ਦਿੱਤੇ, ਖਾਣ ਪੀਣ ਨੂੰ ਦੇ ਰਿਹਾ, ਅਰਦਾਸਾਂ ਸੁਣਦਾ, ਤੂੰ ਕਿਉਂ ਭੁਲਾਉਣਾ? ਉਹਨੂੰ ਭੁਲਾ ਨਾ। ਸੋ ਆਪਣੇ ਆਪ ਨੂੰ ਫਿਰ ਕਹਿੰਦਾ ਉਹ ਸਾਰੇ ਸੁੱਖ ਦੇਣੇ ਵਾਲਾ, ਉਹਨੂੰ ਭੁਲਾ ਨਾ ਕਹਿੰਦੇ, ਸਾਰੇ ਸੁੱਖ ਦਿੰਦਾ। ਮੰਦਰ ਚਰ ਕੈ ਪੰਥ ਨਿਹਾਰੋ, ਨੈਣ ਨੀਰ ਭਰ ਆਇਓ। ਸੋ ਹਰ ਵਕਤ ਮੰਦਰ ਚਰਕ ਅਵਸਥਾ ਨੂੰ ਉੱਚਾ ਕਰਕੇ ਵੇਖਦਾ, ਮੰਦਰ ਚਰਕ, ਤੇ ਅੱਖਾਂ 'ਚੋਂ ਪਾਣੀ ਭਰ ਆਉਂਦਾ, ਕਿਉਂਕਿ ਜਦੋਂ ਉੱਚਾ ਚੜ੍ਹ ਕੇ ਵੇਖਦਾ ਆਪਣੇ ਆਪ ਗੁਣੇ ਦੀਦੇ ਨੇ ਸਾਰੇ। ਕਹਿੰਦੇ ਨਾ ਜਦੋਂ ਉੱਚਾ ਚੜ੍ਹਿਆ ਔਗਣੇ ਦਿਸੇ ਫਿਰ ਆਪਣੇ, ਫਿਰ ਹੁੰਦਾ ਵੀ ਤਾਂ ਜਦੋਂ ਐਨ ਗੁਣ ਬਣਨੇ ਫੇਰ ਮਿਲਾਪ ਹੋਣਾ, ਮੇਰੇ 'ਚ ਤਾਂ ਗੁਣ ਹੀ ਕੋਈ ਨਹੀਂ, ਸਭ ਅਵਗੁਣ ਮੈਂ। ਜਦੋਂ ਮੰਦਰ ਚੜ੍ਹਿਆ ਉਦੋਂ ਕਹਿੰਦਾ ਸਭ ਅਵਗੁਣ ਮੈਂ, ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਏ। ਫਿਰ ਹੁੰਦਾ, ਫਿਰ ਹੋਰ ਵਿਰਾਗ ਆਉਂਦਾ, ਫਿਰ ਵਿਰਾਗ ਦੇ ਵਿੱਚ ਹੋਰ ਕਹਿੰਦੇ ਇਹ ਭਿੱਜ ਜਾਂਦਾ। ਹਾਂ ਹਾਂ ਬੀਤ ਪਿਓ ਹੈ ਬੀਚੋ, ਸੁਨਤ ਦੇਸ਼ ਨਿਕਟਾਇਓ। ਉਹ ਗੁਰੂ ਕਹਿੰਦਾ ਹੈ, ਉਹ ਕਹਿੰਦਾ ਉਹ ਤੇਰੇ ਦੇਸ਼ ਵਿੱਚ ਹੀ ਹੈ, ਘਬਰਾਉਂਦਾ ਕਾਹਦੇ ਹੈ? ਮਤਲਬ ਤੇਰੇ ਅੰਦਰ ਹੀ ਹੈ, ਆ ਦੇਸ਼ ਮੇਰਾ, ਜਿਹੜਾ ਸਰੀਰ ਮੇਰਾ ਦੇਸ਼ ਹੈ, ਉਹ ਤੇਰੇ ਦੇਸ਼ ਵਿੱਚ ਗਿਆਨ ਦਿੱਤਾ ਨਾ ਗੁਰੂ ਨੇ। ਫਿਰ ਮਹਾਰਾਜ ਮੈਨੂੰ ਦੀਦਾ ਕਿਉਂ ਨਹੀਂ? ਦੀਦਾ ਇਸ ਕਰਕੇ ਨਹੀਂ ਕਿ ਹਉਮੈ ਦਾ ਪਤਲਾ ਜਿਹਾ ਪੜਦਾ ਹੈਗਾ ਜੀ, ਬਸ ਵੀ ਮੈਂ ਪਾਠ ਕਰਦਾ, ਜਪ ਤਪ ਕਰਦਾ, ਸਿਮਰਨ ਕਰਦਾ, ਫਿਰ ਵੀ ਨਹੀਂ ਦਿਖਦਾ, ਫਿਰ ਵੀ ਨਹੀਂ ਦਿਖਦਾ ਵੀ ਹੋਰ ਕਿੰਨਾ ਕੁ ਕਰਨਾ ਪਊਗਾ ਜੀ। ਉਹ ਪੜਦਾ ਜੇ ਹੈ, ਗੁਰੂ ਵੀ ਗਿਆਨ ਦਿੰਦਾ ਵੀ ਕਹਿੰਦੇ ਉਹ ਜੇ ਹੈਗਾ, ਕਹਿੰਦੇ ਹੈਗਾ ਤੇਰੇ ਦੇਸ਼ ਵਿੱਚ ਹੀ ਹੈ, ਦਿਸਦਾ ਇਸ ਕਰਕੇ ਨਹੀਂ ਜੋ ਤੂੰ ਜਪ ਤਪ ਕਰਦਾ, ਉਹਦੀ ਹਉਮੈ ਬਰੀਕ ਜੀ ਤੇਰੇ ਨਾਲ ਹੀ ਨਾਲ ਕਹਿੰਦੇ ਚੱਲੀ ਹੋਈ ਹੈ, ਬਸ ਆਹ ਗੱਲ ਹੈ। ਕਹਿੰਦੇ ਪਾਂਬੀਰੀ ਕੇ ਪਾਤ ਪਰਦੋ, ਬਿਨ ਪੇਖੇ ਦੁਰਾਇਓ। ਤੇਰੇ ਵਿੱਚ ਤਾਂ ਰੱਬ ਦੇ ਵਿੱਚ ਪਰਦਾ ਜਿਹੜਾ ਆ ਬੜਾ ਹੀ ਪਤਲਾ ਆ। ਸੋ ਭੰਬੀਰੀ ਜੋ ਕੋ ਜਿਹੜਾ ਹੁੰਦੇ ਨਾ ਆ ਜਿਹੜੇ ਜਾਨਵਰ ਪਕਸ਼ੀਆਂ ਵਾਂਗ ਪਰ ਹੁੰਦੇ ਆ, ਚਿੱਟੇ ਜਿਹੇ ਪਰ ਹੁੰਦੇ ਉਹਨਾਂ ਦੇ, ਉਹਨੂੰ ਭੰਬੀਰੀ ਕਹਿ ਦਿੱਤਾ। ਸੋ ਉਹਦਾ ਦਾ ਪਰਦਾ ਹੈ ਨਾ ਬਿਲਕੁਲ ਬਰੀਕ ਹੁੰਦਾ, ਉਹ ਆਰ ਪਾਰ ਦਿਸਦਾ ਉਹਦੇ ਵਿੱਚੋਂ। ਜਿੱਦਾਂ ਅੱਜ ਕੱਲ੍ਹ ਪੋਲੀਥੀਨ ਪਲਾਸਟਿਕ ਦੇ ਸੋ ਹੈਗੇ ਥੈਲੇ ਹੈਗੇ, ਆਰ ਪਾਰ ਦੇ ਵਾਈਟ ਹੁੰਦੇ ਆ, ਅਤੇ ਪਰ ਲੰਘ ਕੁਛ ਨਹੀਂ ਸਕਦਾ, ਏਅਰ ਟਾਈਟ ਆ, ਹਵਾ ਵੀ ਕ੍ਰੋਸ ਨਹੀਂ ਕਰ ਸਕਦੀ। ਸੋ ਇੱਦਾਂ ਦਾ ਉਹ ਪੜਦਾ ਹੈਗਾ, ਬਹੁਤ ਬਰੀਕ ਪੜਦਾ ਹੈ। ਕਹਿੰਦੇ ਉਹ ਜਿੰਨਾ ਚਿਕਰ ਉਹ ਪੜਦਾ ਨਹੀਂ ਦੂਰ ਹੁੰਦਾ ਨਾ, ਉਨਾ ਚਿਕਰ ਤੂੰ ਰੱਬ ਨੂੰ ਨਹੀਂ ਦੇਖ ਸਕਦਾ। ਉਹ ਪੜਦਾ ਆ, ਪੜਦਾ ਕਰਕੇ ਤੈਨੂੰ ਆਪਣੇ ਆਪ ਹੀ ਦੀਦਾ। ਪੜਦਾ ਜੂ ਹੈ ਨਾ, ਸ਼ੀਸ਼ੇ ਵਿੱਚ ਹੀ ਬੰਦੇ ਨੂੰ ਆਪਣੇ ਆਪ ਹੀ ਦਿਸਣਾ, ਪਾਰ ਨਹੀਂ ਦਿਸਦਾ ਪਿਆ, ਕਿਉਂਕਿ ਪੜਦਾ ਆ। ਬਾਣੀ ਪੜ੍ਹਦਾ ਤੈਨੂੰ ਆਪਣੇ ਆਪ ਦਿਸੀ ਜਾਂਦਾ, ਇੰਨੀ ਬਾਣੀ ਪੜ੍ਹਦਾ, ਇੰਨੀ ਸੇਵਾ ਕਰਦਾ, ਇੰਨਾ ਸਿਮਰਨ ਕਰਦਾ, ਆਪਣੇ ਆਪ ਤੈਨੂੰ ਦਿਸੀ ਜਾਂਦਾ, ਇਹਦੇ ਬਾਹਰ ਤੈਨੂੰ ਦਿਸਦਾ ਨਹੀਂ। ਉਹ ਪੜ੍ਹਦਾ ਪਟੇਗਾ ਹਟੇਗਾ ਫੇਰ ਦਿਸੇਗਾ। ਪੜ੍ਹਦਾ ਹੋਣ ਕਰਕੇ ਤੂੰ ਮਿਹਨਤ ਕਰਦਾ, ਮਸ਼ੱਕਤ ਕਰਦਾ, ਉਹ ਨਹੀਂ ਦਿਸਿਆ, ਤੂੰ ਫਿਰ ਪਤਾ ਹੀ ਕਹਿੰਦਾ ਬੜਾ ਦੂਰ ਹੈ, ਫੇਰ ਤੈਨੂੰ ਦੂਰ ਲੱਗਦਾ। ਪੜ੍ਹਦਾ ਹਟਾ ਦੇ ਤਾਂ ਬਿਲਕੁਲ ਨੇੜੇ ਆ, ਤੇਰੇ ਦੇਸ਼ ਵਿੱਚ ਹੀ ਬੈਠਾ। ਕਹਿੰਦੇ ਪੜ੍ਹਦਾ ਹਟਾ। ਪੜ੍ਹਦਾ ਗੁਰੂ ਦੀ ਕਿਰਪਾ ਤੋਂ ਬਿਨਾਂ ਹਉਮੈ ਦਾ ਪੜ੍ਹਦਾ ਨਹੀਂ ਪਾਟਦਾ। ਕਹਿੰਦਾ ਕਿ ਕੂੜਾ ਟੁੱਟਿਆ ਪਾਲ, ਮਹਾਰਾਜ ਕਹਿੰਦੇ ਹੁਕਮ ਰਜਾਈ ਚੱਲਣਾ, ਉਹਦੀ ਰਜਾ ਵਿੱਚ ਆ ਜਾ। ਇਹ ਕਹਿੰਦੇ ਪੜ੍ਹਦਾ ਵੀ ਪਾਲ ਜਾਂਦਾ। ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਇਹ ਜਿਹੜਾ ਪੜ੍ਹਦਾ ਹੈ ਨਾ, ਇਹ ਪੜ੍ਹਦਾ ਖਰਾਬ ਕਰਦਾ। ਪਾਤਸ਼ਾਹ ਕਹਿੰਦੇ ਪੜ੍ਹਦਾ ਹੋਣ ਕਰਕੇ ਤੂੰ ਐਵੇਂ ਹੀ ਕਹੀ ਨਾ ਬੜਾ ਦੂਰ ਆ, ਬੜਾ ਦੂਰ ਆ। ਭਇਓ ਕਿਰਪਾਲ ਸਰਬ ਕੋ ਠਾਕੁਰ, ਸਗਰੋ ਦੁਖ ਮਿਟਾਇਓ। ਸੋ ਉਹ ਸਾਰਿਆਂ ਦਾ ਤਾਂ ਠਾਕੁਰ ਹੈ, ਸਾਰਿਆਂ ਦਾ। ਫਿਰ ਜਿੱਦਾਂ ਹੌਸਲਾ ਜਿਹਾ ਆ ਜਾਂਦਾ ਨਾ ਮਨ ਨੂੰ, ਭਗਤ ਨੂੰ ਹੌਸਲਾ ਆ ਗਿਆ। ਉਹ ਕਹਿੰਦਾ ਵੀ ਕੋਈ ਤੇਰੇ ਕੋ ਰਾਜ ਮੰਗਦਾ, ਕੋਈ ਤੇਰੇ ਕੋ ਸਿੱਧੀਆਂ ਸਿੱਧੀਆਂ ਮੰਗਦਾ, ਕੋਈ ਤੇਰੇ ਕੋ ਸਰੀਰਕ ਬਲ ਮੰਗਦਾ। ਸੋ ਕੋਈ ਦੁੱਧ ਮੰਗੇ, ਕੋਈ ਪੁੱਤ ਮੰਗੇ, ਸਭ ਤੁਝ ਹੀ ਪਾਸੋਂ ਮੰਗਦੇ। ਨਿਤ ਕਰ ਅਰਦਾਸ, ਮਾਣ ਮੰਗੂ ਤਾਣ ਮੰਗੂ, ਧਨ ਲక్ష్ਮੀ ਸੁੱਤ ਦੇ। ਤੂੰ ਸਾਰਿਆਂ ਨੂੰ ਤਾਂ ਦਿੰਦਾ, ਤੇ ਫਿਰ ਮੈਨੂੰ ਵੀ ਦੇਵੇਂਗਾ ਹੀ। ਹੌਸਲਾ ਮਿਲ ਗਿਆ ਨਾ। ਮੈਂ ਤਾਂ ਸਿਰਫ ਤੇ ਸਿਰਫ ਤੇਰੇ ਕੋਲੋਂ ਤੇਰਾ ਨਾਮ ਮੰਗਦਾ, ਮੈਨੂੰ ਭਗਤੀ ਦੀ ਦਾਤ ਦੇ ਦੇ ਬਸ। ਤੇ ਉਹ ਭਗਤਾਂ ਨੂੰ ਭਗਤੀ ਦੀ ਦਾਤ ਦਿੰਦਾ। ਭਗਤ ਤਾਂ ਭਗਤੀ ਕਰ ਹੀ ਨਹੀਂ ਸਕਦੇ,
ਅਗਰ ਉਹ ਭਗਤੀ ਦੀ ਦਾਤ ਨਾ ਦੇਵੇ। ਜਿਹੜੇ ਨਾਮ ਜਪਣੇ ਵਾਲੇ ਨੇ, ਨਾਮ ਜਪਣਾ ਸਭ ਤੋਂ ਔਖਾ, ਸਭ ਤੋਂ ਔਖਾ ਹੈ ਨਾਮ ਜਪਣਾ। ਹੁਣ ਨਾਮ ਜੋ ਜਪ ਰਹੇ ਨੇ ਉਹਨਾਂ ਨੂੰ ਉਹ ਨਾਮ ਦਿੰਦਾ ਤੇ ਨਾਮ ਜਪਾਉਂਦਾ, ਫੇਰ ਜਪਦੇ ਨੇ ਜਿਨ੍ਹਾਂ ਨੂੰ ਭਗਤੀ ਦੀ ਦਾਤ ਦਿੱਤੀ ਹੈ ਨਾ। ਸੋ ਜਿਨ੍ਹਾਂ ਤੋਂ ਉਹ ਜਪਾ ਰਿਹਾ ਉਹਨਾਂ ਦੀ ਅਵਸਥਾ ਕੀ ਹੈ? ਇੱਕ ਤਾਂ ਇਹਦੇ ਦੁੱਖ ਇਹਦੇ ਕੋਲ ਜਪਾਉਂਦੇ ਨੇ, ਇਹ ਜਿਹੜੇ ਦੁੱਖ ਨੇ ਇਹਦੀਆਂ ਲੋੜਾਂ ਇਹਦੇ ਕੋਲ ਜਪਾਉਣੀਆਂ। ਰੱਬ ਥੋੜ੍ਹੀ ਜਪਾਉਂਦਾ, ਉਹ ਲੋੜਾਂ ਜਪਾਉਣੀਆਂ। ਹੁਣ ਲੋੜ ਵੀ ਕੋਈ ਨਹੀਂ, ਦੁੱਖ ਵੀ ਕੋਈ ਨਹੀਂ, ਇਹ ਜਪਦਾ, ਰੱਬ ਜਪਾਉਂਦਾ। ਹੁਣ ਉਹਦੇ ਕੋਲ ਰਸ ਆਉਂਦਾ, ਆਨੰਦ ਆਉਂਦਾ। ਇੱਦਾਂ ਜਿਹਨੂੰ ਦਾਤ ਮਿਲ ਜਾਂਦੀ ਨਾ, ਇਹ ਰੱਬ ਹੀ ਦਾਤ ਦੇਵੇ ਤਾਂ ਮਿਲਦੀ, ਨਹੀਂ ਤਾਂ ਸੁੱਖ ਵਿੱਚ ਤਾਂ ਸਾਰੇ ਰੱਬ ਨੂੰ ਭੁੱਲ ਜਾਂਦੇ ਆ। ਕਈ ਦੁੱਖ ਵਿੱਚ ਵੀ ਦੁੱਖ ਨੂੰ ਚੇਤੇ ਨਹੀਂ ਕਰਦੇ, ਰੱਬ ਨੂੰ ਚੇਤੇ ਕਰਦੇ ਆ। ਦੁੱਖ ਮਿਟਾਉਣ ਖਾਤਰ ਰੱਬ ਨੂੰ ਚੇਤੇ ਨਹੀਂ ਕਰਦੇ। ਐਸੇ ਵੀ ਹੈਗੇ ਵੀ ਮੇਰੀ ਤਾਂ ਮੇਰੇ ਕਰਮਾਂ ਦਾ ਆ ਦੁੱਖ। ਤਾਂ ਜਿੱਦਾਂ ਭਾਈ ਭਿਖਾਰੀ ਸੀ, ਉਹ ਗੁਰਮੁਖ ਕਹਿੰਦਾ, ਭਾਈ ਗੁਰਮੁਖ ਕਹਿੰਦਾ ਵੀ ਤੂੰ ਮਹਾਰਾਜ ਦੇ ਕੋਲੋਂ ਇਹਦੀ ਮੁੰਡੇ ਦੀ ਉਮਰ ਲੰਬੀ ਮੰਗ ਲੈਂਦਾ ਹੈ। ਅੱਜ ਵਿਆਹਿਆ, ਕੱਲ੍ਹ ਵਿਆਹਿਆ, ਅੱਜ ਮਰ ਗਿਆ, ਵੀ ਤੈਨੂੰ ਪਤਾ ਵੀ ਸੀ ਇਹਨੇ ਮਰ ਜਾਣਾ। ਕਹਿੰਦਾ ਮੈਂ ਜੇ ਸਰੀਰ ਨੇ ਤਾਂ ਰਹਿਣਾ ਹੀ ਨਹੀਂ, ਇਹ ਤਾਂ ਨਾਸ਼ਵੰਤ ਹੈ, ਇਹਨੂੰ ਥੋੜ੍ਹੀ ਮੰਗਣਾ ਸੀ, ਮੈਂ ਤਾਂ ਮੁੰਡੇ ਲਈ ਸੱਚਖੰਡ ਮੰਗਿਆ। ਕਹਿੰਦਾ ਕਿੱਥੇ ਅਵਸਥਾ ਪਹੁੰਚੀ, ਕਹਿੰਦਾ ਮੈਂ ਤਾਂ ਸੱਚਖੰਡ ਮੰਗਿਆ। ਕਹਿੰਦਾ ਸੋ ਜਦੋਂ ਉਹ ਜਪਾਉਂਦਾ ਨਾ, ਉਹ ਜਪਣੇ ਵਾਲਾ ਜਿਹੜਾ ਭਗਤ ਹੈ, ਸੰਸਾਰਕ ਦਾਤ ਕੋਈ ਨਹੀਂ ਜੇ ਮੰਗਦਾ ਜੀ, ਕੋਈ ਸੰਸਾਰਕ ਦਾਤ ਨਹੀਂ ਮੰਗਦਾ, ਉਹ ਆਨੰਦ ਹੀ ਮੰਗਦਾ। ਉਹਦੀ ਗੱਲ ਮਹਾਰਾਜ ਸੱਚੇ ਪਾਤਸ਼ਾਹ ਨੇ, ਭਇਓ ਕਿਰਪਾਲ ਸਰਬ ਕੋ ਠਾਕੁਰ। ਜਦ ਤੂੰ ਸਾਰਿਆਂ ਨੂੰ ਦਾਤਾ ਦਿੰਦਾ ਤੇ ਮੈਨੂੰ ਵੀ ਦੇਵੇਂਗਾ ਹੀ, ਮੈਨੂੰ ਵੀ ਇਸ ਤਰੀਕੇ ਨਾਲ ਜਪਾਵੇਂਗਾ ਹੀ। ਤੇ ਉਹਨੇ ਦਿੱਤਾ, ਨਾਮ ਦਿੱਤਾ, ਜਪਾਇਆ। ਸਗਰੋ ਦੁੱਖ ਮਿਟਾਇਓ, ਕਹਿੰਦੇ ਸਾਰਾ ਦੁੱਖ ਮਿਟ ਗਿਆ, ਦੁੱਖ ਰਿਹਾ ਹੀ ਕੋਈ ਨਹੀਂ। ਜਿਹੜਾ ਰੱਬ ਕੋਲੋਂ ਰੱਬ ਨੂੰ ਹੀ ਚਾਹੁੰਦਾ ਹੈ ਨਾ, ਰੱਬ ਕੋਲੋਂ ਰੱਬ ਨੂੰ ਹੀ ਚਾਹੁੰਦਾ, ਹੋਰ ਨਹੀਂ ਕੁਛ ਚਾਹੁੰਦਾ। ਦਾਤ ਨਹੀਂ ਚਾਹੀਦੀ, ਤੂੰ ਹੀ ਚਾਹੀਦਾ। ਤੇ ਫਿਰ ਪਿੱਛੇ ਰਹਿ ਜਾਂਦਾ ਕੋਈ। ਜਿੱਥੇ ਰੱਬ ਆ ਗਿਆ ਉੱਥੇ ਪਿੱਛੇ ਰਹਿ ਜਾਊ ਕੋਈ, ਉੱਥੇ ਸਾਰਾ ਕੁਝ ਹੀ ਆ ਜਾਂਦਾ। ਕਹਿੰਦੇ ਸਾਰਾ ਦੁੱਖ ਮਿਟ ਗਿਆ ਜਦੋਂ ਨੇ ਕਿਰਪਾ ਕਰਕੇ ਜਪਾਇਆ। ਜੋ ਚਾਹਤ ਸੋ ਗੁਰੂ ਮਿਲਾਇਓ। ਚਾਹੀਦਾ ਕੀ ਸੀ ਹੁਣ ਇਹਨੂੰ? ਰੱਬ ਚਾਹੀਦਾ ਸੀ, ਉਹਦਾ ਨਾਮ ਚਾਹੀਦਾ ਸੀਗਾ, ਉਹਦੀ ਯਾਦ ਚਾਹੀਦੀ ਸੀ, ਉਹ ਗੁਰੂ ਨੇ ਮਿਲ ਦਿੱਤਾ, ਗੁਰੂ ਨੇ ਕਿਰਪਾ ਕਰ ਦਿੱਤੀ। ਸਰਬ ਗੁਨਾ ਨਿਦਰਾਇਓ। ਕਹਿੰਦੇ ਕਿਰਪਾ ਹੋ ਗਈ, ਗੁਰੂ ਨੇ ਕਿਰਪਾ ਕਰ ਦਿੱਤੀ। ਸੋ ਕਹੋ ਨਾਨਕ ਹਉਮੈ ਭੀਤ ਗੁਰ ਖੋਈ। ਸੇ ਪੰਕਤੀ ਰਹਿ ਗਈ ਸੀ ਵੀ ਮਹਾਰਾਜ ਨੇ ਹਉਮੈ ਦੀ ਜਿਹੜੀ ਦੀਵਾਰ ਸੀ ਸਿੱਟ ਦਿੱਤੀ। ਕਹਿੰਦੇ ਤਾਂ ਦਿਆਰ ਬੀਠ ਲੋ ਪਾਇਓ, ਬਸ ਨਾਲ ਹੀ ਉਹਦਾ ਮਿਲਾਪ ਹੋ ਗਿਆ। ਸਭ ਰਹਿਓ ਅੰਦਿਸਰੂ ਮਾਇਓ, ਸਾਰੇ ਡਰ ਦੂਰ ਹੋ ਗਏ। ਜਦੋਂ ਦੀਵਾਰ ਟੁੱਟੀ ਉਹ ਦਿਸਿਆ, ਸਾਰੇ ਜਿਹੜੇ ਡਰ ਸੀ ਉਹ ਰਹਿ ਗਏ। ਜੋ ਚਾਹਤ ਸੋ ਗੁਰੂ ਮਿਲਾਇਓ, ਸਰਬ ਗੁਨਾ ਨਿਦਰਾਇਓ। ਜੋ ਚਾਹੀਦਾ ਸੀ ਰੱਬ, ਉਹ ਗੁਰੂ ਨੇ ਮੇਲ ਦਿੱਤਾ, ਜਿਹੜਾ ਕਿ ਸਾਰੀਆਂ ਰਿੱਧੀਆਂ ਸਿੱਧੀਆਂ ਨਿਧੀਆਂ ਦਾ ਖਜ਼ਾਨਾ, ਰਾਜਾ, ਸਾਰੀਆਂ ਨਿਧੀਆਂ ਦਾ ਰਾਜਾ। ਸੋ ਉਹਦੇ ਨਾਲ ਮੇਰਾ ਮਿਲਾਪ ਹੋ ਗਿਆ। ਰਹਾਉ ਦੂਜਾ, ਦੋ ਰਹਾਉ ਇਸ ਸ਼ਬਦ ਵਿੱਚ ਆਏ ਨੇ। ਗੁਰੂ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਸਤਿਗੁਰੂ ਜੀ ਮਿਹਰ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰੂ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹਾਂ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰੂ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੁ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਹਿਬਾ ਕਿਆ ਨਾਹੀ ਖਰ ਤੇਰਾ। ਕਰਦਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਬਾਜੇ ਸ਼ਬਦ ਕਨੇਰੀ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੀ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮਦਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਨ ਸੁਖ ਮਨਿਆ ਵਿਸਿਆ। ਜਿਨ ਇੱਛਾ ਸਭ ਪੁਜਾਈਆਂ,
ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਜਿਸ ਦੀਆਂ ਵਡਿਆਈਆਂ ਕਹਿ ਹੈ ਨਾਨਕ ਸੁਣੋ ਸੰਤੋ ਸ਼ਬਦ ਧਰਮ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਧਾਰੀਆ। ਪੰਜ ਦੂਤ ਦਵਸ ਕੀਤੇ ਕਾਲ ਕੰਠਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕੋ ਹੋਆ ਤਿਤ ਕਰ ਅਨਹਦ ਵਾਜੇ, ਹਨਸਣੋ ਵਡ ਭਾਗੀਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੂਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗ, ਵਾਜੇ ਅਨਹਦ ਤੂਰੇ। ਸੁਣ ਤੇ ਪਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਕੈ ਅਰਦਾਸ, ਨਾਨਕ
ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੋ ਕਹੂੰ ਟਲ ਗੁਰ ਸੇਵੀਆ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੀਆਂ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਚਟੀਆ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਖਟੀਆ। ਜੈ ਤਸਰੀ ਮਹੱਲਾ ਚੌਥਾ, ਘਰ ਪਹਿਲਾ। ਚੌਪ ਦੇ ਇਕ ਓੰਕਾਰ, ਸਤਿਗੁਰ ਪ੍ਰਸਾਦ। ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰ ਪੂਰੈ ਹਰਿ ਨਾਮ ਦ੍ਰਿੜਾਇਆ। ਬਿਨ ਨਾਵੈ ਜੀਵਨ ਬਿਰਥਾ ਰਹਾ, ਬਿਨ ਗੁਰ ਮੂੜ ਪਏ ਹੈ ਮਨ ਮੁਖ। ਤੇ ਮੋਹ ਮਾਇਆ ਨਿਤ ਫਾਥਾ, ਤਿਨ ਸਾਧੂ ਚਰਨ ਨ ਸੇਵੇ ਕਬਹੂ। ਤਿਨ ਸਭ ਜਨਮ ਅਕਾਥਾ, ਜਿਨ ਸਾਧੂ ਚਰਨ ਸਾਧ ਭਗ ਸੇਵੇ। ਤਿਨ ਸਫਲਿਓ ਜਨਮ ਸਨਾਥਾ, ਮੋਕੋ ਕੀਜੈ ਦਾਸ ਦਾਸ ਦਾਸਨ ਕੋ। ਹਰ ਦਇਆਤ ਹਰ ਜਗਨਨਾਥਾ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉ ਚਾਲੈ ਮਾਰਗ ਪੰਥਾ। ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲੇ ਮਲੰਥਾ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉ ਚਾਲੇ ਮਾਰਗ ਪੰਥਾ। ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲੇ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।